ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਵਾਹਿਗੁਰੂ ਜੀ। हे गुरु जी, वाहे गुरु जी। हर कियां कथा कहानियां हर कियां कथा कहानियां गुरमीत सुनाया। बलिहारी गुर अपने बलिहारी गुर अपने गुर को गुर को गुर को बल जाया। हर कियां कथा कहानियां गुरमीत सुनाया। तुमरी शरण तुम्हारी आशा तुम ही सजन सुहेले। राखो राखन हर दयाला नानक करके गुले। डंडोत बंदनी अनेक बार सर्व कला समरथ। डोलन ते राखो प्रभु नानक दे कर हाथ। ऊंची अपार बेअंत स्वामी कौन जाने गुण तेरे। गावती उतरे सुनते उतरे बिन से पाप गणेरे। हम पीख भिखारी तेरे तू निज पत है दाता। हो दयाल नाम देहो मंगत जन को सदा रहो रंग लड़ाता। ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ।
ਗੁਰੂ ਪਰਮੇਸ਼ਰ ਪੂਜੀਏ, ਮਨ ਤਨ ਲਾਏ ਪਿਆਰ। सदगुरु दाता जी का सबसे देहदा संसार तुझ तारन वाला गुरु है। गुरु तो बगैर नहीं, जिन्ना कोल गुरु नहीं उन्होंने कोल कोई भगती नहीं, कोई जप तप नहीं, कोई उन्हों का कम सिरे नहीं चढ़ेगा। कलयुग विच गुरु है जहाज, जे कोई कहे मैं तरना जानदा, जी सदके वो तरना जानता है, वो तर लवेगा, पर वो तर के नदी पार कर सकता है, छोटी मोटी नहर पार कर सकता है, समुंदर नहीं तर के पार होना। कोई कहे मैनू पाठ पूजा करने आउंदे आ, मैनू तप जप करने आउंदे आ, छोटे छोटे कम्मां च तां लंघ जाएगा, पर जदों समुंदर पार करना पिया उदों कर नहीं सकेगा। समुंदर पार करेगा जहाज, आखो श्री वाहिगुरू। समुंदर जहाज तो बगैर नहीं पार होना, तो तर के तो आप थोड़ा बहुता जा सकते हैं, पर पवजल तरिया नहीं जाना गुरां तो बगैर। ते गुरु जहाज मिल गए, गुरु नूं क्या, गुरु बोहित, सतगुरु है बोहिता, सतगुरु तेरा जहाज ही। पढ़ियो गुर का दर्शन हम देख देख जीवा, गुर के चरण तोए तोए पीवा। गुरु जरूर होवे, गुरु होण भी है, गुरु फिर भी होएगा। गुरु होएगा तो तेरे को भगती करा लवेगा, नाम जपा लवेगा। ना गुरु होया तो फिर भाई किते आन के तू रुक जाएगा, किते ना किते आन के रुक जाएगा, किते आके भुल जावेगा। एहो जे मोड़ ते आन के भुल जावेगा। मैं गरीब दा बेड़ा पार करी, गुरु संगतां नूं तारन हारिया। मैं गरीब दा बेड़ा पार करी, गुर संगतां तारन हारिया। गरीब दा बेड़ा पार करी, गुर संगतां तारन हारिया। सारे जपो, सारे बोलो। पार करी गुर संगतां तारन हारिया। मैं गरीब दा बेड़ा पार करी, गुर संगतां तारन हारिया। मैं गरीब दा बेड़ा पार करी, गुर संगतां तारन हारिया। पार करी गुर संगतां तारन हारिया। सारे बोलो। गरीब दा बेड़ा पार करी गुर
ਤੈਨੂੰ ਔਖੇ ਸਮੇਂ ਤੋਂ ਕੱਢ ਲਵੇਗਾ। ਜੇ ਨਹੀਂ ਗੁਰੂ ਭਾਈ ਫਿਰ ਔਖਾ ਹੈ। ਇੱਕ ਸੀ ਊਠ, ਊਠਾਂ ਵਾਲੇ ਜਾ ਰਹੇ ਸੀ। ਇੱਕ ਊਠ ਹੋ ਗਿਆ ਬਿਮਾਰ। ਉਹਨਾਂ ਨੇ ਕਿਹਾ ਹੁਣ ਭਾਈ ਇਹ ਮਰਨ ਵਾਲਾ, ਇਹਨੂੰ ਕੌਣ ਸੰਭਾਲੇਗਾ? ਇਹਨੂੰ ਛੱਡ ਜਾਓ, ਆਪਾਂ ਬਹੁਤ ਦੂਰ ਜਾਣਾ ਹੈ। ਇਸ ਊਠ ਨੂੰ ਛੱਡ ਦਿਓ, ਇੱਥੇ ਰਹਿਣ ਦਿਓ, ਮਰਨ ਵਾਲਾ ਹੈਗਾ। ਪਰ ਕੁਦਰਤ ਪਰਮਾਤਮਾ ਦੀ ਨਾਲ ਉਹ ਮਰਦਾ ਮਰਦਾ ਠੀਕ ਹੋ ਗਿਆ। ਠੀਕ ਹੋ ਕੇ ਉੱਥੇ ਚੁਗਣ ਲੱਗ ਪਿਆ ਜੰਗਲ 'ਚ। ਉਹਨੂੰ ਇੱਕ ਚੂਹਾ ਮਿਲਿਆ। ਕਹਿੰਦਾ ਵੀ ਤੂੰ ਐਵੇਂ ਹੀ ਫਿਰਦਾ ਹੈ ਜੰਗਲ 'ਚ, ਇਹ ਜੰਗਲ ਦਾ ਮਾਮਲਾ ਬੜਾ ਔਖਾਈ, ਤੇਰਾ ਕੋਈ ਮਾਲਕ ਖਸਮ ਨਹੀਂ ਹੈਗਾ। ਕਹਿੰਦਾ ਮਾਲਕ ਖਸਮ ਤੋਂ ਕੀ ਲੈਣਾ ਹੈ? ਮਾਲਕ ਤੋਂ ਮੌਜਾਂ ਬੜੀਆਂ, ਆਪਾਂ ਕਿਸੇ ਦੇ ਹੋ ਕੇ ਕੀ ਲੈਣਾ? ਕਹਿੰਦੇ ਇਹ ਤਾਂ ਬਹੁਤ ਮਾੜੀ ਗੱਲ ਹੈ, ਕਿਸੇ ਦੇ ਹੋ ਕੇ ਰਹੀਦਾ, ਕਿਸੇ ਦੇ ਬਣ ਕੇ। ਤੂੰ ਕਿਸੇ ਦਾ ਵੀ ਨਹੀਂ, ਤੂੰ ਮੁਸੀਬਤਾਂ 'ਚ ਫਸ ਸਕਦਾ ਹੈ। ਕਿਸੇ ਦੇ ਹੋ ਕੇ ਰਹੀਦਾ। ਉਹ ਕਹਿੰਦਾ ਖਾਂਦੇ ਪੀਂਦੇ ਆ, ਮੌਜਾਂ ਮਾਣਦੇ ਆ, ਕਿਸੇ ਦੀ ਕੀ ਲੋੜ ਹੈ? ਕਹਿੰਦਾ ਨਹੀਂ ਭਾਈ। ਉਹਨੇ ਊਠ ਨੇ ਕਿਹਾ ਇਹਨੂੰ ਛੋਟਾ ਜਿਹਾ ਜਾਨਵਰ ਮੈਨੂੰ ਮੱਤਾਂ ਦਿੰਦਾ, ਮੈਨੂੰ ਮਾਰ ਦਿਆਂ। ਪੈਰ ਥੱਲੇ ਦੇਣ ਲੱਗਾ, ਉਹ ਸ਼ੈਤਾਨ ਸੀ, ਨਿਕਲ ਗਿਆ। ਕਹਿੰਦਾ ਚੱਲ ਤੂੰ ਵੱਡਾ ਮੱਤਾ ਦੇਣ ਵਾਲਾ। ਊਠ ਹੁਣ ਚਰਦਾ ਫਿਰਦਾ, ਖਾਂਦਾ ਹੈ, ਝਾੜੀਆਂ ਦੇ ਵਿੱਚ ਮੌਜਾਂ ਮਾਣਦਾ ਹੈ। ਉਹਦੇ ਨੱਕ 'ਚ ਨਕੀਲ ਪਾਈ ਹੋਈ ਸੀ ਖਸਮਾਂ ਨੇ। ਉਹ ਨੱਕ ਵਾਲੀ ਨਕੇਲ ਜਿਹੜੀ ਨਾ, ਉਹਦੇ ਖਾਂਦਿਆਂ ਖਾਂਦਿਆਂ ਉੱਪਰ ਝਾੜੀਆਂ 'ਚ ਖੁੰਡੀ 'ਚ ਫਸ ਗਈ। ਹੁਣ ਬੜਾ ਹੀ ਇਹ ਨਰਮ ਹੁੰਦਾ ਨੱਕ ਤੋਂ, ਹਿੱਲ ਨਹੀਂ ਸਕਦਾ, ਨਾ ਤੋੜ ਸਕਦਾ ਸੀ, ਨਾ ਖਿੱਚ ਸਕਦਾ ਸੀ, ਰੋਂਦਾ ਸੀ। ਚੀਕਾਂ ਮਾਰੇ ਕੋਈ ਸੁਣ ਲਵੇ। ਜੇ ਅੱਜ ਆਪਦੇ ਮਾਲਕ ਹੁੰਦੇ, ਆਪਦੇ ਖਸਮ ਹੁੰਦੇ, ਪਤਾ ਕਰਦੇ ਸਾਡਾ ਊਠ ਕਿੱਥੇ ਆ। ਮਾਲਕ ਆਉਂਦਾ ਬੋੜਦਾ, ਮੁਸੀਬਤ 'ਚ ਉਹ ਛੁਡਾ ਲੈਣਾ ਸੀ। ਅੱਜ ਯਾਦ ਆਇਆ ਵੀ ਜ਼ਰੂਰੀ ਹੈ ਮਾਲਕ ਗੁਰੂ ਹੋਣਾ ਚਾਹੀਦਾ ਹੈ। ਆਖੋ ਜਦੋਂ ਮੁਸੀਬਤਾਂ 'ਚ ਫਸਾਂਗੇ ਫਿਰ ਕੌਣ ਛਡਾਵੇਗਾ? ਗੁਰ ਪੂਰੇ ਬਿਨ ਕੌਣ ਛਡਾਵੇ? ਪੜਿਓ, ਗੁਰ ਪੂਰੇ ਬਿਨ ਕੌਣ ਛਡਾਵੇ। ਗੁਰੂ ਦਾਤਾ ਜੀ ਰਾਏ, ਇਹਨੇ ਪਹੁੰਚ ਜਾਣਾ। ਤੇਰੀ ਫਰਿਆਦ ਸੁਣ ਕੇ ਜਿੱਥੇ ਯਾਦ ਕਰੇਗਾ ਗੁਰੂ ਹਾਜ਼ਰ ਹੋ ਜਾਣਗੇ। ਜਦੋਂ ਔਖੀ ਘੜੀ ਆਏਗੀ ਤੇ ਲੰਘਾ ਦੇਣਗੇ। ਸਾਧੂ ਹੁੰਦੀ ਸਾਧੂਆਂ ਦੀ ਧੂੜੀ, ਸਾਰੇ ਰੋਗਾਂ ਦੀ ਦਵਾ। ਜਦੋਂ ਔਖੀ ਘੜੀ ਆਏਗੀ ਤੇ ਦੇਣਗੇ ਲੰਘਾ। ਆਖੋ ਸੀ
ਜਦੋਂ ਤੂੰ ਕਿਤੇ ਮੁਸੀਬਤ 'ਚ ਫਸੇਗਾ ਔਖੇ ਥਾਂ ਤੇ ਜਿੱਥੇ ਕੋਈ ਵੀ ਨਹੀਂ, ਉੱਥੇ ਫਿਰ ਗੁਰੂ ਸਾਹਿਬ ਮਹਾਂਪੁਰਸ਼ ਆਣ ਕੇ ਸਹਾਈ ਹੋਣਗੇ। ਕਹਿੰਦੇ ਜੀ ਸੰਤ ਵੀ ਸਹਾਈ ਹੁੰਦੇ ਆ, ਸੰਤ ਵੀ ਪਹੁੰਚ ਜਾਂਦੇ ਆ। ਸੰਤ ਹੁੰਦੇ ਨੇ ਗੁਰੂ, ਤੇ ਗੁਰੂ ਨੇ ਇਹ ਪਹੁੰਚ ਜਾਂਦੇ ਆ। ਅਨੇਕ ਵਿਗੜ ਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ। ਮਹਾਂਪੁਰਸ਼ ਜਿਹੜੇ ਤੇਰੇ ਗੁਰੂ ਏ ਨਾ, ਤੇਰੀਆਂ ਔਖੀਆਂ ਸਮਿਆਂ ਤੇ ਤੇਰੀਆਂ ਵਿਪਤਾ ਵਿੱਚ ਉੱਥੇ ਪਹੁੰਚਣਗੇ। ਤੂੰ ਯਾਦ ਕਰੇਗਾ, ਤੂੰ ਆਪਣੇ ਗੁਰਾਂ ਨੂੰ ਚਿਤਾਰੇਗਾ। ਹਾਂਜੀ, ਗੁਰ ਪੂਰੇ ਬਿਨ ਕੌਣ ਛਡਾਵੇ। ਪੜੋ ਸੰਗਤਾਂ ਤਾਰਨ ਹਾਰੇ। ਮੈਂ ਗਰੀਬ ਦਾ ਬੇੜਾ ਪਾਰ ਕਰੀ, ਗੁਰ ਸੰਗਤਾਂ ਨੂੰ ਤਾਰਨ ਹਾਰਿਆ। ਮੈਂ ਗਰੀਬ ਦਾ ਬੇੜਾ ਪਾਰ ਕਰੀ, ਗੁਰ ਸੰਗਤਾਂ ਨੂੰ ਤਾਰਨ ਹਾਰਿਆ। ਗਰੀਬ ਦਾ ਬੇੜਾ ਪਾਰ ਕਰੀ, ਗੁਰ ਸੰਗਤਾਂ ਨੂੰ ਤਾਰਨ ਹਾਰਿਆ। ਮੈਂ ਗਰੀਬ ਦਾ ਬੇੜਾ ਪਾਰ ਕਰੀ, ਗੁਰ ਸੰਗਤਾਂ ਨੂੰ ਤਾਰਨ ਹਾਰਿਆ। ਗਰੀਬ ਦਾ ਬੇੜਾ ਪਾਰ ਕਰੀ, ਗੁਰ ਸੰਗਤਾਂ ਨੂੰ ਤਾਰਨ ਹਾਰਿਆ। ਮੈਂ ਗਰੀਬ ਦਾ ਬੇੜਾ ਪਾਰ ਕਰੀ, ਗੁਰ ਸੰਗਤਾਂ ਨੂੰ ਤਾਰਨ ਹਾਰਿਆ। ਸੰਗਤਾਂ ਨੂੰ ਤਾਰਨ ਹਾਰਿਆ। ਗੁਰ ਸੰਗਤਾਂ ਨੂੰ ਤਾਰਨ ਹਾਰਿਆ। ਮੈਂ ਗਰੀਬ ਦਾ ਬੇੜਾ ਪਾਰ ਕਰੀ, ਗੁਰ ਸੰਗਤਾਂ ਨੂੰ ਤਾਰਨ ਹਾਰਿਆ। ਮੈਂ ਗਰੀਬ ਦਾ ਬੇੜਾ ਪਾਰ ਕਰੀ, ਗੁਰ ਸੰਗਤਾਂ ਨੂੰ ਤਾਰਨ ਹਾਰਿਆ। ਗਰੀਬ ਦਾ ਬੇੜਾ ਪਾਰ ਕਰੀ, ਗੁਰ ਸੰਗਤਾਂ ਨੂੰ ਤਾਰਨ ਹਾਰਿਆ। ਗਰੀਬ ਦਾ ਬੇੜਾ ਪਾਰ ਕਰੀ, ਗੁਰ ਸੰਗਤਾਂ ਨੂੰ ਤਾਰਨ ਹਾਰਿਆ। 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 ਮੈਂ ਗਰੀਬ ਦਾ ਬੇੜਾ ਪਾਰ ਕਰੀ, ਗੁਰ ਸੰਗਤਾਂ ਨੂੰ ਤਾਰਨ ਹਾਰਿਆ। ਮੈਂ ਗਰੀਬ ਦਾ ਬੇੜਾ ਪਾਰ ਕਰੀ, ਗੁਰ ਸੰਗਤਾਂ ਨੂੰ ਤਾਰਨ ਹਾਰਿਆ। ਗਰੀਬ ਦਾ ਬੇੜਾ ਪਾਰ ਕਰੀ,
ਸੰਗ ਤਨ ਤਾਰਨ ਹਾਰਿਆ ਸੰਗ ਤਨ ਤਾਰਨ ਹਾਰਿਆ ਗੁਰ ਸੰਗ ਤਨ ਤਾਰਨ ਹਾਰਿਆ ਗੁਰ ਸੰਗ ਤਨ ਤਾਰਨ ਹਾਰਿਆ ਮੈਂ ਗਰੀਬ ਦਾ ਬੇੜਾ ਮੈਂ ਗਰੀਬ ਦਾ ਬੇੜਾ ਮੈਂ ਗਰੀਬ ਦਾ ਬੇੜਾ ਪਾਰ ਕਰੀ ਗੁਰ ਸੰਗ ਤਨ ਤਾਰਨ ਹਾਰਿਆ ਮੈਂ ਗਰੀਬ ਦਾ ਬੇੜਾ ਪਾਰ ਕਰੀ ਗੁਰ ਸੰਗ ਤਨ ਤਾਰਨ ਹਾਰਿਆ ਗਰੀਬ ਦਾ ਬੇੜਾ ਪਾਰ ਕਰੀ ਗੁਰ ਸੰਗ ਤਨ ਤਾਰਨ ਹਾਰਿਆ ਮੈਂ ਗਰੀਬ ਦਾ ਬੇੜਾ ਪਾਰ ਕਰੀ ਗੁਰ ਸੰਗ ਤਨ ਤਾਰਨ ਹਾਰਿਆ 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 ਮੈਂ ਗਰੀਬ ਦਾ ਬੇੜਾ ਪਾਰ ਕਰੀ ਗੁਰ ਸੰਗ ਤਨ ਤਾਰਨ ਹਾਰਿਆ ਮੈਂ ਗਰੀਬ ਦਾ ਬੇੜਾ ਪਾਰ ਕਰੀ ਗੁਰ ਸੰਗ ਤਨ ਤਾਰਨ ਹਾਰਿਆ ਗਰੀਬ ਦਾ ਬੇੜਾ ਪਾਰ ਕਰੀ ਗੁਰ ਸੰਗ ਤਨ ਤਾਰਨ ਹਾਰਿਆ ਮੈਂ ਗਰੀਬ ਦਾ ਬੇੜਾ ਪਾਰ ਕਰੀ ਗੁਰ ਸੰਗ ਤਨ ਤਾਰਨ ਹਾਰਿਆ 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 ਮੈਂ ਗਰੀਬ ਦਾ ਬੇੜਾ ਪਾਰ ਕਰੀ ਗੁਰ ਸੰਗ ਤਨ ਤਾਰਨ ਹਾਰਿਆ ਗਰੀਬ ਦਾ ਬੇੜਾ ਪਾਰ ਕਰੀ ਗੁਰ ਸੰਗ ਤਨ ਤਾਰਨ ਹਾਰਿਆ ਗਰੀਬ ਦਾ ਬੇੜਾ ਪਾਰ ਕਰੀ ਗੁਰ ਸੰਗ ਤਨ ਤਾਰਨ ਹਾਰਿਆ ਮੈਂ ਗਰੀਬ ਦਾ ਬੇੜਾ ਪਾਰ ਕਰੀ ਗੁਰ ਸੰਗ ਤਨ ਤਾਰਨ ਹਾਰਿਆ सदगुरु है बोए था, सतगुरु ही जहाज है। वाहेगुरु नाम जहाज है, जहाज गुरु दे नाम दा है। गुरु जिहड़ा वाहेगुरु कहने आ, ये गुरु दा मंत्र है। ये गुरु नूं जपिया जाता है। गुरु कोई भी हो सकता है साडा। ये सारिया धर्मां वास्ते गुरु की लोड़ हर इंसान नूं है, हिंदू मुसलमान सिख ईसाई सब नूं। ते जिहड़ा वाहिगुरू मंत्र गुरु सामने कलयुग च बनाया है, कोई हिंदू कोई मुसलमान कोई भी वाहिगुरू वाहिगुरू जपेगा ना, वो अपने गुरु नूं जपेगा जिहड़ा उनका गुरु है। इस करके गुरु साहब ने कहा भी ये सारियां दा ही सांझा है। गुरु जिहड़ा है हर एक दा हो सकता है। ऊठ ने नहीं मन्नी, फस गया, बड़ा चीका मारे। वो चूहा आया कहता दस बई हुण, कहता भी तू बिल्कुल सच आखिया सी। ये जंगल विच किते इहो जी थां फसेगा तेनू छड़ा नहीं कोई सकदा। फिर गुरु चेते आउंदे,
चार लाइनां ने कि गुरु याद आउंदे आ औखे समय च। फिर गुरु जदों चेते आए फिर गुरा ने आन के आपदे सेवक की लाज रखी, आपदे सेवक की बांह फड़ी, आपदे बिरद नूं पछाणिया, कहंदा अपने दास की आप पैज राखी, अपने सेवक की आपे राखी। फिर आपदियां दी फिर आप पैज रखी आन के। गुर पूरे बिन कोई भी सहाई नहीं होंदा। गुर पूरे बिन उन्होंने कहा डांग डंगूसे, डांगा तो जरूर खड़क सकदियां ने, गुर पूरे बिन धक्के तुसे भी किया है। तू धक्के तो खा सकता है पर कोई तू पाठ सिमरन भजन भगती गुरु धारे बगैर नहीं कर सकता। सिख धर्म का मुढ़ला कर्म जिहड़ा है ना वो गुरु धारना है। सब तो पहला कर्म ही जदों बच्चा जन्म लैंदा है उन्होंने पाहुल देनी है गुरु के नाम की, गुड़ती देनी है गुरु के नाम की अमृत की, जपजी साहब का पाठ करके। पंज प्यारियां तो फिर अमृत मिलता है। गुरु धारण किया जाता है श्री गुरु ग्रंथ साहिब जी नूं। ये सिख धर्म का मुढ़ला कर्म है। जदों असी गुरु ग्रंथ साहिब नूं गुरु धारण करते हैं फिर सानू महापुरुषां की संगत की, साधुआं की, महापुरुष गुरु की लोड़ पैंदी है। आखो सी क्योंकि श्री गुरु ग्रंथ साहिब जी का उपदेश ही ऐसा है, ज्ञान ही ऐसा है कि गुरु ग्रंथ साहिब जी पुछदे आ तेरा गुरु केड़ा है, तेरा खसम, तेरा महापुरुष, तू साधुआं की संगत कर, तू संगत विच जाया कर। फिर असी जवाब किवें देंगे? श्री गुरु ग्रंथ साहिब की मन्नांगे तो छुटांगे। गुरां तो बगैर नहीं तरिया जाना, बवजल नहीं तरिया जाना। ऊठ ने किया भी तू ठीक किया सी। हुण मैं सच्चे मन नाल कहना कि चूहे नूं कहन लगा तू ही मेरा गुरु है, मैनू अज औखे समय तो बचा। चूहा चढ़िया दरख्त ते, चढ़ के उन्हें आपदे दंदां दे नाल जिहड़ी उहदी नक दी रस्सी सी उहनूं कट्टिया, कट कट के उहदी जान सौखी होई। जान ते जाके छुटिया। आपदे मालक दे खसम दा बन के रहना चाहिए। उन्हें चूहे ने गुरु मान लिया, तू ही मेरा गुरु है। किसी दे बन के किसी दे हो के रहना है। हुंदी साधुआं दी तूड़ी, सारे रोगां दी दुआ। संगत विच लवे धूड़ी, संगत विच आवे जावे,
ਤੇ ਫਿਰ ਕਿਰਪਾ ਹੋ ਜਾਂਦੀ। ਗੁਰੂ ਰਾਖੀ ਕਰਦੇ ਆ ਕਲਯੁਗ ਦੇ ਵਿੱਚ। ਜਿਨ ਕਲ ਰਾਖੀ ਮੇਰੀ, ਪੜੋ ਸਾਰੇ। ਕੋਈ ਮੈਨੂੰ ਗਿਆਨ ਨਹੀਂ, ਕੋਈ ਧਿਆਨ ਨਹੀਂ ਲਾਉਣਾ ਆਉਂਦਾ, ਕੋਈ ਕਰਮ ਕਰਨਾ ਨਹੀਂ ਆਉਂਦਾ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਤੇ ਬਿਲਕੁਲ ਹੀ ਤੇਰੀ ਮੈਂ ਸਾਰ ਨੂੰ ਜਾਣਦਾ ਨਹੀਂ, ਤੂੰ ਕਿੰਨਾ ਕੁ ਵੱਡਾ ਹੈ। ਹੁਣ ਕਲਯੁਗ ਦਾ ਸਮਾਂ ਏ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਸਾਰਿਆਂ ਤੋਂ ਵੱਡਾ ਹੈ, ਜਿਹਨੇ ਮੇਰੀ ਕਲਯੁਗ ਦੇ ਵਿੱਚ ਰੱਖਿਆ ਕੀਤੀ ਹੈ, ਜਿਹਨੇ ਮੇਰੀ ਕਲਯੁਗ ਦੇ ਵਿੱਚ ਜਿਹਨੇ ਮੈਨੂੰ ਛੁਡਾਇਆ ਹੈ, ਬਚਾਇਆ ਹੈ। ਜਿਹੜੇ ਮੇਰੇ ਨਾਲ ਰਹੇ ਕਲਯੁਗ ਦੇ ਵਿੱਚ, ਉਹ ਨੇ ਮੇਰੇ ਗੁਰੂ। ਪੜੋ ਜਿਨ ਕਲ ਰਾਖੀ ਮੇਰੀ, ਜੀ ਵਿੱਚ ਕਲਯੁਗ ਦੇ। ਜਿਨ ਕਲ ਰਾਖੀ ਮੇਰੀ, ਜੀ ਵਿੱਚ ਕਲਯੁਗ ਦੇ। ਸਾਰ ਨਾ ਜਾਣਾ ਤੇਰੀ, ਜੀ ਵਿੱਚ ਕਲਯੁਗ ਦੇ। ਕਲ ਰਾਖੀ ਸਾਰੇ ਬੋਲੋ। ਵਿੱਚ ਕਲਯੁਗ ਦੇ। ਸਾਰ ਨਾ ਜਾਣਾ ਤੇਰੀ, ਜੀ ਵਿੱਚ ਕਲਯੁਗ ਦੇ। ਜਿਨ ਕਲ ਰਾਖੀ ਮੇਰੀ, ਜੀ ਵਿੱਚ ਕਲਯੁਗ ਦੇ। ਸਾਰ ਨਾ ਜਾਣਾ ਤੇਰੀ, ਜੀ ਵਿੱਚ ਕਲਯੁਗ ਦੇ। ਜਿਨ ਕਲ ਰਾਖੀ ਮੇਰੀ, ਜੀ ਵਿੱਚ ਕਲਯੁਗ ਦੇ। ਸਾਰ ਨਾ ਜਾਣਾ ਤੇਰੀ, ਜੀ ਵਿੱਚ ਕਲਯੁਗ ਦੇ। ਜਿਨ ਕਲ ਰਾਖੀ ਮੇਰੀ, ਜੀ ਵਿੱਚ ਕਲਯੁਗ ਦੇ। ਸਾਰ ਨਾ ਜਾਣਾ ਤੇਰੀ, ਜੀ ਵਿੱਚ ਕਲਯੁਗ ਦੇ। ਜਿਨ ਕਲ ਰਾਖੀ ਮੇਰੀ, ਜੀ ਵਿੱਚ ਕਲਯੁਗ ਦੇ। ਸਾਰ ਨਾ ਜਾਣਾ ਤੇਰੀ, ਜੀ ਵਿੱਚ ਕਲਯੁਗ ਦੇ। ਕਹਿੰਦੇ ਤੈਨੂੰ ਡਾਕਟਰ ਤੇ ਮਾਣ ਹੈ ਨਾ, ਕਿ ਮੇਰੀ ਬਿਮਾਰੀ ਡਾਕਟਰ ਦੂਰ ਕਰ ਦੇਗਾ। ਉਹਦੇ ਤੋਂ ਹੋਣੀ ਨਹੀਂ ਦੂਰ। ਜਿਹੜੇ ਤੇਰੇ ਸੱਚੇ ਵੈਦ ਨੇ ਨਾ, ਮੇਰਾ ਵੈਦ ਗੁਰੂ ਗੋਬਿੰਦਾ, ਜਿਹੜੇ ਤੇਰੇ ਸੱਚੇ ਗੁਰੂ ਨੇ, ਉਹ ਤੇਰੀ ਬਿਮਾਰੀ ਦੂਰ ਕਰਨਗੇ। ਮੈਨੂੰ ਕੋਈ ਵੀ ਤਕਲੀਫ ਹੋਣੀ, ਬਾਬਾ ਜੀ ਨੂੰ ਕਹਿਣਾ। ਬਾਬਾ ਜੀ ਨੂੰ ਕੋਈ ਵੀ ਕਹਿ ਦੇਣਾ, ਉਹਨੂੰ ਮੰਨ ਲੈਣਾ, ਉਦੋਂ ਹੀ ਠੀਕ। ਉਹਨਾਂ ਨੇ ਸੁਭਾਵਕ ਹੀ ਕਹਿ ਦੇਣਾ ਕਿ ਆਹ ਚੀਜ਼ ਨਾ ਖਾਵੀਂ, ਆਹ ਨਾ ਖਾਵੀਂ, ਆਹ ਨਾ ਕਰੀਂ, ਇੱਧਰ ਨਾ ਜਾਵੀਂ। ਉਹਦੀ ਨਹੀਂ ਮੰਨਣੀ, ਉਦੋਂ ਹੀ ਉਹ ਠੀਕ ਹੋ ਜਾਣਾ। ਕਹਿੰਦੇ ਨੇ ਸਤਿਗੁਰ ਵੈਦ ਨਾ ਸੇਵਿਓ। ਤੂੰ ਸੱਚੇ ਗੁਰੂ ਵੈਦ ਦੀ ਸੇਵਾ ਡਾਕਟਰ ਦੀ ਨਹੀਂ ਕੀਤੀ, ਹੁਣ ਦੁਨੀਆ ਵਾਲਾ ਵੈਦ ਤੈਨੂੰ ਬਚਾ ਨਹੀਂ ਸਕੇਗਾ, ਇਹ ਤੇਰੀ ਰੱਖਿਆ ਨਹੀਂ ਕਰ ਸਕੇਗਾ। ਲੁੱਟ ਤਾਂ ਤੈਨੂੰ ਸਕਦਾ, ਤੇਰੀ ਛਿੱਲ ਲਾ ਸਕਦਾ ਤੈਨੂੰ ਆਪਣਾ ਬਣਾ ਕੇ। ਬੜੇ ਸਤਿਗੁਰ ਵੈਦ ਨਾ ਸੇਵ। ਸਤਿਗੁਰ ਵੈਦ ਨ ਸੇਵਿਓ, ਰੋਗੀ ਵੈਦ ਨ ਰੋਗ ਮਿਟਾਵੇ। ਕਹਿੰਦੇ ਸਾਰਾ ਜਗ ਢੂੰਡਿਆ ਤੇ ਵੈਦ ਨਹੀਂ ਲੱਭਿਆ। ਲੱਭੇ ਫਿਰ ਮਹਾਂਪੁਰਸ਼ ਵੈਦ, ਗੁਰੂ ਵੈਦ ਮਹਾਂਪੁਰਖ ਮਿਲੇ। ਆ ਗਿਆ ਬਾਬਾ ਵੈਦ ਰੋਗੀਆਂ ਦਾ। ਕਹਿੰਦੇ ਸਤਿਗੁਰੂ ਵੈਦ ਨਾ ਸੇਵਿਓ। ਜੇ ਤੂੰ ਸੱਚੇ ਵੈਦ ਸਤਿਗੁਰੂ ਦੀ ਸੇਵਾ ਨਹੀਂ ਕੀਤੀ, ਨਾਮ ਨਹੀਂ ਜਪਿਆ, ਯਾਦ ਨਹੀਂ ਕੀਤਾ,
ਹੁਣ ਦੁਨੀਆ ਵਾਲੇ ਡਾਕਟਰ ਤੈਨੂੰ ਫਸਾ ਲੈਣਗੇ, ਤੈਨੂੰ ਲੁੱਟ ਲੈਣਗੇ ਤੇ ਠੀਕ ਵੀ ਨਹੀਂ ਕਰ ਸਕਦੇ। ਰੋਗੀ ਵੈਦ ਨਾ ਰੋਗ ਮਿਟਾਵੇ, ਜਿਹੜੇ ਬਿਮਾਰੀਆਂ ਦੇ ਡਾਕਟਰ ਉਹ ਤੇਰੀ ਬਿਮਾਰੀ ਕੱਟ ਨਹੀਂ ਸਕਦੇ। ਕਾਮ ਕ੍ਰੋਧ ਵਿੱਚ ਲੋਭ ਮੋਹ, ਦੁਬਦਾ ਕਰ ਕਰ ਧਰੋਹ ਵਧਾਵੇ। ਇਹ ਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹ ਦੱਸੋ ਬਾਬਾ ਜੀ ਕਹਿੰਦੇ ਡਾਕਟਰ ਸਾਹਿਬ ਕਾਹਦਾ ਕਹਿੰਦੇ ਜੀ ਮੈਂ ਸਾਰੀਆਂ ਬਿਮਾਰੀਆਂ ਦਾ ਹੀ ਹਾਂ ਡਾਕਟਰ। ਬਾਬਾ ਜੀ ਕਹਿੰਦੇ ਅੱਛਾ ਭਾਈ ਫਿਰ ਤਾਂ ਬੜਾ ਵਧੀਆ। ਬਾਬਾ ਜੀ ਕੋਲ ਆਇਆ ਜੀ ਕਹਿੰਦਾ ਜੀ ਮੈਂ ਸਾਰੀਆਂ ਬਿਮਾਰੀਆਂ ਦਾ ਹੀ ਡਾਕਟਰ, ਸਾਰੀ ਪੜ੍ਹਾਈ ਕੀਤੀ। ਕਹਿੰਦੇ ਇੱਕ ਸਾਡੀ ਬਿਮਾਰੀ ਹੈ ਉਹ ਠੀਕ ਨਹੀਂ ਹੋ ਰਹੀ, ਕਰ ਦੇਵੇਂਗਾ ਠੀਕ? ਮਹਾਰਾਜ ਤੁਹਾਡਾ ਮੈਂ ਸੇਵਕ ਹਾਂ, ਤੁਸੀਂ ਨਿਸ਼ਚਾ ਕਰੋ ਮੈਂ ਕਰ ਦਿਆਂਗਾ, ਕੋਈ ਵੀ ਦੱਸੋ ਬਿਮਾਰੀ। ਕਹਿੰਦੇ ਭਾਈ ਅੱਜ ਤੱਕ ਸਾਨੂੰ ਕੋਈ ਉਹ ਬਿਮਾਰੀ ਦਾ ਇਲਾਜ ਮਿਲਿਆ ਨਹੀਂ। ਕਹਿੰਦੇ ਉਹ ਸਾਰੀ ਕਿਰਪਾ ਹੈ ਗੁਰੂ ਦੀ। ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ ਸਾਰੀ ਮਿਹਰ ਠੀਕ ਹੈ, ਬਸ ਇੱਕੋ ਹੀ ਬਿਮਾਰੀ ਤੰਗ ਕਰਦੀ। ਕਹਿੰਦੇ ਮਹਾਰਾਜ ਦੱਸੋ ਮੈਂ ਇਲਾਜ ਕਰਾਂਗਾ ਉਸ ਦਾ। ਕਹਿੰਦੇ ਭਾਈ ਥੋੜੀ ਜਿਹੀ ਹਉਮੈ ਤੰਗ ਕਰਦੀ ਸਾਨੂੰ, ਕਿਤੇ ਕਿਤੇ ਹਉਮੈ ਜਿਹੀ ਆ ਜਾਂਦੀ। ਕਹਿੰਦਾ ਜੀ ਇਹਦਾ ਤਾਂ ਫਿਰ ਤੁਸੀਂ ਡਾਕਟਰ ਜੇ, ਮੈਂ ਤਾਂ ਨਹੀਂ ਹੈਗਾ ਇਹਦਾ। ਇਹ ਜਿਹੜੀ ਮੈਂ ਆ ਜਾਂਦੀ ਨਾ ਅੰਦਰ, ਇਹਦੇ ਡਾਕਟਰ ਤਾਂ ਤੁਸੀਂ ਜੇ, ਮੈਂ ਨਹੀਂ ਹੈਗਾ। ਇਹਨਾਂ ਨੇ ਕਿਹਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਤੇਰਾ ਕੋਈ ਦੁਨੀਆ ਵਾਲਾ ਡਾਕਟਰ ਕੱਟ ਦੇਵੇਗਾ? ਤੈਨੂੰ ਚਿੰਤਾ ਦੀ ਬਿਮਾਰੀ ਲੱਗੀ ਉਹ ਡਾਕਟਰ ਠੀਕ ਕਰ ਦੇਵੇਗਾ? ਬੜੀਆਂ ਹੀ ਬਿਮਾਰੀਆਂ ਨੇ, ਉਹ ਤਾਂ ਫਿਰ ਸੱਚੇ ਵੈਦ ਹੀ ਗੁਰੂ ਦੂਰ ਕਰਨਗੇ। ਮੇਰਾ ਵੈਦ ਗੁਰੂ ਗੋਬਿੰਦਾ ਪੜਿਓ ਜੀ। ਮੇਰਾ ਵੈਦ ਗੁਰੂ ਗੋਬਿੰਦਾ, 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 ਵੈਦ ਗੁਰੂ ਗੋਬਿੰਦਾ, ਗੋਬਿੰਦਾ ਗੋਬਿੰਦਾ ਮੇਰਾ ਵੈਦ ਗੁਰੂ, 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 ਮੇਰੇ ਵੈਦ ਬਾਬਾ ਜੀ ਮੇਰਾ ਵੈਦ ਗੁਰੂ, ਮੇਰਾ ਵੈਦ ਬਾਬਾ ਜੀ ਮੇਰਾ ਵੈਦ ਗੁਰੂ, ਮੇਰੇ ਵੈਦ ਬਾਬਾ ਜੀ ਮੇਰਾ ਵੈਦ ਗੁਰੂ, ਮੇਰੇ ਵੈਦ ਬਾਬਾ ਜੀ ਮੇਰਾ ਵੈਦ ਗੁਰੂ, ਗੋਬਿੰਦਾ ਗੋਬਿੰਦਾ 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 ਮੇਰਾ ਵੈਦ ਗੁਰੂ। ਇਹ ਗੁਰੂ ਹੀ ਕਿਰਪਾ ਕਰੇਗਾ। ਆਦ ਬਿਆਨ ਆਦ ਬਿਆਦ ਉਪਾਦ ਵਿੱਚ ਮਰ ਮਰ ਜੰਮੈ ਦੁਖ ਵਿਹਾਵੇ। ਡਾਕਟਰ ਤੇਰੀਆਂ ਆਦੀਆਂ ਵਿਆਦੀਆਂ ਉਪਾਦੀਆਂ ਦੂਰ ਕਰ ਦੇਗਾ। ਬਿਮਾਰੀਆਂ ਤਾਂ ਲੱਖਾਂ ਨੇ
ਤੇ ਡਾਕਟਰ ਕਰ ਦੇਗਾ ਦੁੱਖ ਦੱਸ। ਇਹ ਤਿੰਨ ਤਾਪ ਨੇ ਬੜੇ ਹੀ ਗੰਦੇ ਆ, ਪਰ ਗੁਰੂ ਸਾਹਿਬ ਸਾਡੇ ਗੁਰੂ ਤਿੰਨੇ ਤਾਪ ਦੂਰ ਕਰ ਦਿੰਦੇ ਆ। ਤਿੰਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾਕੋ ਬਿਗਨ ਨ ਕੋ ਲਾਗੇ, ਜਾ ਕੀ ਪ੍ਰਭ ਆਗੇ ਅਰਦਾਸ। ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਹੋ ਤਾਕੋ ਬਿਗਨ ਨ ਕੋ ਲਾਗੇ, ਪ੍ਰਭ ਆਗੇ ਅਰਦਾਸ। ਗੁਰੂ ਸਾਹਿਬ ਇਹ ਬਿਮਾਰੀਆਂ ਤਾਂ ਫਿਰ ਗੁਰੂ ਹੀ ਕੱਟੇਗਾ, ਐਵੇਂ ਵੀ ਡਾਕਟਰ ਨਹੀਂ ਕੱਢ ਸਕਦਾ। ਅੱਗੇ ਜੀ ਆਵੇ ਜਾਏ ਪਵਾਈਏ, ਭਉਜਲ ਅੰਦਰ ਪਾਰ ਨ ਪਾਵੇ। ਤੇਰਾ ਦੁਨੀਆ ਵਾਲਾ ਡਾਕਟਰ ਤੈਨੂੰ ਜੰਮਣ ਮਰਨ ਤੋਂ ਬਚਾਏਗਾ, ਤੇਰਾ ਜੰਮਣ ਮਰਨ ਦਾ ਰੋਗ ਕੱਟ ਦੇਵੇਗਾ, ਤੇ ਫਿਰ ਤਾਂ ਇਹ ਝੂਠੇ ਡਾਕਟਰ ਹੀ ਸਾਰੇ। ਸੱਚੇ ਡਾਕਟਰ ਦੀ ਲੋੜ ਹੈ, ਸੱਚੇ ਵੈਦ ਗੁਰੂ ਦੀ ਲੋੜ ਹੈ। ਮੇਰਾ ਵੈਦ ਕਹਿੰਦੇ ਤੇਰੀਆਂ ਕਾਮ ਕ੍ਰੋਧ ਲੋਭ ਹੰਕਾਰ ਦੇ ਰੋਗ ਨਹੀਂ ਤੇਰੇ ਡਾਕਟਰ ਕੱਢ ਸਕਦਾ। ਤੇਰੀ ਚਿੰਤਾ ਦੀਆਂ ਬਿਮਾਰੀਆਂ ਹੋਰ ਸਾਰੀਆਂ ਭਿਆਨਕ ਇਹ ਨਹੀਂ ਡਾਕਟਰ ਕੱਢ ਸਕਦਾ। ਤੇ ਜੰਮਣ ਮਰਨ ਤਿੰਨੇ ਤਾਪ ਵੀ ਤੇਰੇ ਡਾਕਟਰ ਨਹੀਂ ਦੂਰ ਕਰ ਸਕਦਾ। ਆਦ ਵਿਆਦ ਆਦੀਆਂ ਵਿਆਦੀਆਂ ਉਪਾਦੀਆਂ ਚੰਬੜਦੀਆਂ, ਇਹ ਵੀ ਗੁਰੂ ਦੂਰ ਕਰੇਗਾ। ਹੁਣ ਆ ਗਿਆ ਜੰਮਣ ਮਰਨ ਦਾ ਦੁੱਖ ਬੜਾ ਭਾਰੀ। ਇਹ ਡਾਕਟਰ ਸਾਹਿਬ ਜੀ ਮੇਰਾ ਜੰਮਣ ਮਰਨ ਦੇ ਗੇਟ 'ਚੋਂ ਬਚਾਓ ਮੈਨੂੰ, ਇਸ ਸੰਸਾਰ ਸਾਗਰ ਤੋਂ ਮੈਂ ਤਰ ਕੇ ਪਾਰ ਹੋ ਜਾਂ। ਡਾਕਟਰ ਨੂੰ ਬਾਬਾ ਜੀ ਕਹਿੰਦੇ ਸਾਡੀ ਹਉਮੈ ਦਾ ਇਲਾਜ ਕਰਦੇ ਜੀ, ਮੇਰੇ ਕੋਲ ਨਹੀਂ ਹੈਗਾ ਇਹਦਾ। ਇਹਦੇ ਡਾਕਟਰ ਤਾਂ ਮਹਾਂਪੁਰਸ਼ ਨੇ, ਰੱਬ ਦੇ ਪਿਆਰੇ, ਤੁਸੀਂ ਦੂਰ ਕਰ ਸਕਦੇ ਜੇ। ਅੱਗੇ ਜੀ ਆਸਾ ਮਨਸਾ ਮੋਹਣੀ, ਤਾਮਸ ਤ੍ਰਿਸ਼ਨਾ ਸ਼ਾਂਤ ਨ ਆਵੇ। ਕਹਿੰਦੇ ਹੁਣ ਆਸਾ ਮੰਗਾਂ ਹੀ ਬੜੀਆਂ ਨੇ, ਮਨਸਾ ਹੀ ਇਹ ਬੜੀਆਂ ਹੀ ਮੋਹਣੀਆਂ ਨੇ। ਬੰਦਾ ਇੱਥੇ ਫਸ ਜਾਂਦਾ ਆਣ ਕੇ। ਤੇ ਤ੍ਰਿਸ਼ਨਾ ਤਮੋ ਗੁਣੀ ਨੇ ਸਾਰੀਆਂ, ਤਪਾਉਂਦੀਆਂ ਨੇ ਬੰਦੇ ਨੂੰ। ਫਿਰ ਤ੍ਰਿਸ਼ਨਾ ਇਹ ਸ਼ਾਂਤ ਨਹੀਂ ਆਉਂਦੀ। ਕਹਿੰਦੇ ਤਮੋ ਗੁਣੀ ਜਿਹੜਾ ਆਦਮੀ ਹੈ ਨਾ, ਉਹ ਫਿਰ ਤਮੋ ਗੁਣੀ ਤੜਫਦਾ ਹੈ, ਅਸ਼ਾਂਤ ਹੋ ਜਾਂਦਾ ਹੈ। ਉਹ ਫਿਰ ਆਪਣੇ ਗੁਰੂ ਨੂੰ ਯਾਦ ਕਰਦਾ ਹੈ। ਫਿਰ ਗੁਰੂ ਸਾਹਿਬ ਉਹਦੇ ਉਹਨੂੰ ਸ਼ਾਂਤੀ ਦਿੰਦੀ ਹੈ, ਉਹਨੂੰ ਟਿਕਾਓ ਦਿੰਦੀ ਹੈ। ਉਹ ਗੁਰੂ ਦਾ ਧਿਆਨ ਕਰਦਾ ਚਰਨਾਂ ਦਾ। ਤੇ ਤ੍ਰਿਸ਼ਨਾ ਜਿਹੜੀ ਹੈ ਬਹੁਤ ਭੈੜੀ ਹੈ, ਲੱਗੀ ਰਹਿੰਦੀ ਹੈ। ਕਹੋ ਜੀ ਡਾਕਟਰ ਸਾਹਿਬ ਜੀ ਮੈਨੂੰ ਇਹੋ ਜਿਹਾ ਬਣਾ ਦਿਓ, ਬਸ ਮੇਰੇ ਅੰਦਰ ਮੰਗਾਂ ਹੀ ਨਾ ਆਉਣ, ਖਾਸ਼ਾਂ ਮੇਰੀਆਂ ਖਤਮ ਹੋ ਜਾਣ, ਇੱਕੋ ਮੈਂ ਵਾਹਿਗੁਰੂ ਦਾ ਨਾਮ ਸਿਮਰਾਂ, ਇਹਦਾ ਇਲਾਜ ਕਰ ਦਿਓ। ਕਿਸੇ ਡਾਕਟਰ ਨੂੰ ਲੱਭੋ ਕਿ ਮੇਰਾ ਮਨ ਭਟਕਦਾ ਹੈ, ਬੜਾ ਬੜਾ ਕੁਝ ਮੰਗਦਾ ਹੈ, ਇਹ ਸ਼ਾਂਤ ਹੋ ਜਾਵੇ। ਦੇ ਨਾਮ ਸੰਤੋਖਿਆ, ਦੇ ਨਾਮ ਸੰਤੋਖਿਆ, ਨਾਮ ਸੰਤੋਖਿਆ, ਇਹ ਨਾਮ ਸੰਤੋਖਿਆ। ਉਤਰੇ ਮਨ ਕੀ ਭੁੱਖ, ਦੇ ਤੁਧ ਹੋਰ ਜੇ ਮੰਗਣਾ, ਬਿਨ ਤੁਧ ਹੋਰ ਜੇ ਮੰਗਣਾ। ਓ ਸਿਰ ਦੁੱਖਾਂ
ਦੋਰ ਜੇ ਮੰਗਣਾ ਸਿਰ ਦੁਖਾਂ ਦੇ ਦੁੱਖ ਬਿਰਤ ਦੋਰ ਜੇ ਮੰਗਣਾ ਬਿਰਤ ਦੋਰ ਜੇ ਦੇਹ ਨਾਮ ਸੰਤੋਖਿਆ ਦੇ ਨਾਮ ਸੰਤੋਖਿਆ ਸਾਡੇ ਉਤਰੇ ਮਨ ਕੀ ਭੁੱਖ ਨਾਮ ਸੰਤੋਖਿਆ ਦੇ ਨਾਮ ਸੰਤੋਖਿਆ। ਹੁਣ ਇੱਥੇ ਵੀ ਡਾਕਟਰ ਨਹੀਂ ਕਰ ਸਕਦਾ ਕੋਈ। ਇਹਨਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਤਾਂ ਗੁਰੂ ਹੀ ਕਰੇਗਾ, ਸੱਚਾ ਵੈਦ ਹੀ ਕਰੇਗਾ। ਇੱਥੋਂ ਤੱਕ ਕਿ ਜਿਹੜੀਆਂ ਉਸ ਡਾਕਟਰ ਵਾਲੀਆਂ ਬਿਮਾਰੀਆਂ ਵੀ ਨੇ ਨਾ, ਉਹ ਵੀ ਗੁਰੂ ਸਹਾਈ ਹੋਵੇ ਤੇ ਦੂਰ ਹੋ ਜਾਂਦੀਆਂ। ਅਸੀਂ ਮਹਾਂਪੁਰਸ਼ਾਂ ਦੀ, ਗੁਰੂਆਂ ਦੀ ਓਟ ਲੈਂਦੇ ਹਾਂ, ਨਾਮ ਦੀ ਓਟ ਲੈਂਦੇ ਹਾਂ। ਬੜੀਆਂ ਬੜੀਆਂ ਬਿਮਾਰੀਆਂ, ਪੇਟ 'ਚ ਬਿਮਾਰੀਆਂ ਆ ਜਾਂਦੀਆਂ ਨੇ ਬੜੀਆਂ ਭਿਆਨਕ, ਸਰੀਰ 'ਚ ਆ ਜਾਂਦੀਆਂ, ਉਹ ਵੀ ਗੁਰੂ ਸਾਹਿਬ ਸਾਡੀਆਂ ਦੂਰ ਕਰ ਦਿੰਦੇ ਆ। ਜਿਹੜੀਆਂ ਬਿਮਾਰੀਆਂ ਦਾ ਇਹ ਡਾਕਟਰ ਹੈ ਨਾ, ਉਹ ਵੀ ਸਾਡੀਆਂ ਗੁਰੂ ਦੀ ਕਿਰਪਾ ਨਾਲ ਦੂਰ ਹੋ ਜਾਂਦੀ ਹੈ। ਫਿਰ ਡਾਕਟਰ ਦੀ ਦਵਾਈ ਲੱਗਦੀ। ਇਸ ਕਰਕੇ ਕਹਿੰਦੇ ਇੱਕੋ ਹੀ ਵੈਦ ਆਪਣਾ ਬਣਾ ਲਾ, ਮੇਰਾ ਵੈਦ ਗੁਰੂ ਗੋਬਿੰਦਾ, ਤੈਨੂੰ ਹਰ ਬਿਮਾਰੀ ਤੋਂ ਬਚਾ ਲੈਣ ਕਰਨਗੇ। ਤੂੰ ਧਿਆਨ ਗੁਰੂ ਨਾਲ ਜੋੜਨਾ। ਸਾਡੇ ਉਸਤਾਦ ਅਖੀਰਲੇ ਸਮੇਂ ਉਹਨਾਂ ਨੂੰ ਕੰਨਾਂ ਦੀ ਬਿਮਾਰੀ ਹੋ ਗਈ। ਬਾਬਾ ਕੇਰ ਸਿੰਘ ਜੀ ਨਾਮ ਸੀ, ਉਹਨਾਂ ਨੇ 50-60 ਸਾਲ ਨਾਨਕਸਰ ਕੀਰਤਨ ਕੀਤਾ। ਉਸ ਕੰਨਾਂ ਦੀ ਬਿਮਾਰੀ ਦੀ ਇਲਾਜ ਵਾਸਤੇ ਡਾਕਟਰ ਕੋਲ ਛਾਂ ਕੰਨਾਂ 'ਚ ਖੁਸ਼ਕੀ ਵੱਧਦੀ ਗਈ। ਜਗਰਾਓਂ ਤੋਂ ਇਲਾਜ ਕੀਤਾ, ਨਾ ਠੀਕ ਹੋਏ। ਫਿਰ ਉਸ ਬਿਮਾਰੀ ਦੇ ਇਲਾਜ ਵਾਸਤੇ ਕਿਸੇ ਨੇ ਡਾਕਟਰ ਕਿਹਾ ਜੀ ਨੰਗਲ ਬਹੁਤ ਵਧੀਆ ਡਾਕਟਰ ਹੈ, ਉੱਥੇ ਚਲੇ ਗਏ, ਹੋਰ ਵੀ ਥਾਵਾਂ 'ਤੇ। ਫਿਰ ਸੇਵਾਦਾਰ ਕਹਿ ਕਿ ਜੀ ਬਾਹਰ ਇਹਦਾ ਇਲਾਜ ਹੈਗਾ। ਸਾਡੇ ਕੋਲ ਵੀ ਕੀ ਆ ਜਾਂਦੇ ਜੀ, ਕੰਨਾਂ ਦੀ ਬਿਮਾਰੀ ਹੋ ਗਈ, ਸਾਨੂੰ ਛਾਂ ਦੀ ਬਹੁਤ ਕੰਨਾਂ 'ਚ ਹੁੰਦੀ ਹੈ। ਮੈਂ ਕਿਹਾ ਵੀ ਮੇਰੇ ਵੀ ਹੁੰਦੀ ਸੀ, ਮੈਂ ਤਾਂ ਆਪਣੀ ਦਵਾਈ ਨਾਲ ਹੀ ਇੱਥੋਂ ਠੀਕ ਕਰ ਲਈ ਪੁੱਛੋ ਤੋਂ। ਇਹੀ ਪਾਈ ਦੀ ਜਿਹੜੀ ਦਵਾਈ, ਹਰ ਚਾਹੇ ਉਹਨੂੰ ਖਾ ਲਓ ਚਾਹੇ ਲਾ ਲਓ, ਕਿਵੇਂ ਮਰਜ਼ੀ ਕਰ ਲਓ। ਮੇਰੇ ਵੀ ਕੰਨਾਂ ਦੀ ਛਾਂ ਇਹ ਹੋ ਜਾਂਦੀ ਹੈ, ਨਾਮ ਜਪਣ ਨਾਲ, ਜਾਗਣ ਨਾਲ ਖੁਸ਼ਕੀ ਹੋ ਜਾਂਦੀ। ਫਿਰ ਕੰਨਾਂ ਦੀ ਆਵਾਜ਼ ਬੰਦ ਨਹੀਂ ਹੁੰਦੀ। ਕੰਨਾਂ 'ਚ ਇਵੇਂ ਲੱਗਦਾ ਜਿਵੇਂ ਸ਼ਾਇਦ ਕੰਪੈਨ ਚੱਲਦੀ ਪਈ, ਕਿਤੇ ਜਹਾਜ਼ ਆ ਗਿਆ, ਕਿਤੇ ਮੋਟਰ ਚੱਲਦੀ, ਉਹ ਬੰਦ ਹੀ ਨਹੀਂ ਹੁੰਦੀ। ਅਤੇ ਫਿਰ ਮੈਂ ਆਪਣੇ ਵਾਲੀ ਦਵਾਈ ਜਿਹੜੀ ਸੀ, ਜਿਹੜੀ ਪੁੱਛੋ ਬਣਾਉਂਦੇ ਆ, ਉਹ ਹੀ ਕੰਨਾਂ 'ਚ ਪਾਈ, ਠੀਕ ਹੋ ਗਈ। ਤੇਲ ਤੂਲ ਪਾ ਲਿਆ, ਪਰ ਤੇਲ ਵੀ ਪਾਇਆ, ਕੰਨਾਂ ਦੀ ਦਵਾਈ ਵੀ ਪਾਈ, ਆਪਦੇ ਗੁਰੂ ਨੂੰ ਚੇਤੇ ਵੀ ਕੀਤਾ। ਆਖੋ ਸ੍ਰੀ ਵਾਹਿਗੁਰੂ। ਅਤੇ ਫਿਰ ਇਹ ਦਵਾਈਆਂ ਲੱਗ ਜਾਂਦੀਆਂ ਨੇ। ਉਸਤਾਦ ਜੀ ਦੇ ਸਾਰੀ ਥਾਵਾਂ ਤੋਂ ਇਲਾਜ ਕਰਾਏ, ਨਹੀਂ ਠੀਕ ਹੋਏ। ਬਾਹਰਲੇ ਦੇਸ਼ ਟਿਕਟਾਂ ਟੂਟਾਂ ਲੈ ਲਈਆਂ, ਡਾਕਟਰਾਂ ਤੋਂ ਲਿਖਵਾ ਲਿਆ ਵੀ ਉੱਥੋਂ ਇਲਾਜ ਕਰਾਉਣ ਜਾਣਾ ਹੈ, ਵੀਜ਼ੇ ਆ ਗਏ, ਬਾਹਰ ਇਲਾਜ ਕਰਾਉਣ ਲੱਗ ਪਏ। ਨਾਮ ਸਤ ਨਾਮ ਜੀ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉੱਥੇ ਯਾਦ ਆਇਆ ਕਿ ਬਾਬਾ ਜੀ ਨੇ ਆਖਿਆ ਸੀ, ਬਾਬਾ ਈਸ਼ਰ ਸਿੰਘ ਨੇ, ਕਿ ਈਰਸਿਆ ਨਾਨਕਸਰ ਦੀ ਜਿਹੜੀ ਕੀਰਤਨ ਦੀ ਡਿਊਟੀ ਨਾ ਛੱਡੀ। ਭਾਵੇਂ ਕੁਝ ਹੋ ਜੇ, ਛੱਡੀ ਨਾ। ਉੱਥੇ ਯਾਦ ਆਇਆ ਵੀ ਮੈਂ ਤਾਂ ਗਲਤੀ ਨਾਲ ਡਿਊਟੀ ਛੱਡਣਾ ਹੈ। ਇਲਾਜ ਦੇ ਬਹਾਨੇ 'ਚ ਖਿਆਲ ਹੀ ਨਹੀਂ ਕੀਤਾ ਵੀ ਬਾਬਾ ਜੀ ਨੇ ਕਿਹਾ ਸੀ ਨਾ ਛੱਡੀ, ਤਾਈਓ ਤਾਂ ਮੈਂ ਠੀਕ ਨਹੀਂ ਹੋ ਰਿਹਾ। ਕਹਿੰਦੇ ਵਾਪਸ ਚੱਲੋ, ਵਾਪਸ ਚੱਲੋ, ਲਵੋ ਟਿਕਟ। ਕਹਿੰਦੇ ਮਹਾਰਾਜ ਇੰਨਾ ਪੈਸਾ ਖਰਚਿਆ, ਇੰਨੀ ਦੂਰ ਆਏ ਆ, ਡਾਕਟਰ ਜ਼ਿੰਮੇਵਾਰੀ ਲੈਂਦੇ ਵੀ ਠੀਕ ਕਰਦੇ ਆ। ਕਹਿੰਦੇ ਨਹੀਂ ਭਾਈ, ਬਾਬਾ ਜੀ ਦਾ ਹੁਕਮ ਸੀ, ਮੈਂ ਗਲਤੀ ਕਰ ਲਈ ਹੈ। ਨਾਨਕਸਰ ਆ ਗਏ। ਨਾਨਕਸਰ ਆ ਕੇ ਮੈਂ ਉੱਥੇ ਸੀ ਉਦੋਂ। ਉਹਨਾਂ ਨੇ ਧਾਰਨਾ ਲਾਈ ਪਹਿਲੇ ਦਿਨ, ਸ਼ਾਮ ਨੂੰ ਮੇਰਾ ਵੈਦ ਗੁਰੂ ਗੋਬਿੰਦਾ। ਕੰਨਾਂ ਦੀ ਉਵੇਂ ਹੈ ਬਿਮਾਰੀ। ਫਿਰ ਸਵੇਰੇ ਉੱਠ ਕੇ ਧਾਰਨਾ ਲਾਈ, ਦੁੱਖ ਭੰਜਨ ਤੇਰਾ ਨਾਮ ਜੀ। ਪਰ ਕੰਨਾਂ ਦੀ ਬਿਮਾਰੀ ਅਜੇ ਉਵੇਂ ਹੀ ਚੱਲਦੀ ਪਈ। ਦੂਜੇ ਦਿਨ ਫਿਰ ਸ਼ਾਮ ਨੂੰ ਉਹਨੇ ਧਾਰਨਾ ਲਾਈ, ਮੇਰਾ ਵੈਦ ਗੁਰੂ ਗੋਬਿੰਦਾ। ਪਹਿਲੇ ਦਿਨ ਲਾਈ ਸਰਬ ਰੋਗ ਕਾ ਔਖਦ ਨਾਮ, ਫਿਰ ਲਾਈ ਦੁੱਖ ਭੰਜਨ ਤੇਰਾ ਨਾਮ ਜੀ। ਫਿਰ ਧਾਰਨਾ ਲਾਈ ਮੇਰਾ ਵੈਦ ਗੁਰੂ ਗੋਬਿੰਦਾ। ਰੋਜ਼ ਧਾਰਨਾ ਲਾਉਣ ਤੇ ਪ੍ਰਮਾਣ ਲਾਈ ਜਾਣ, ਪਰ ਕਰਨ ਇੱਕੋ ਹੀ ਹੈ, ਸਵੇਰੇ ਸ਼ਾਮ। ਆ ਗਿਆ ਬਾਬਾ ਵੈਦ ਰੋਗੀਆਂ ਦਾ। ਰੋਜ਼ ਕੋਈ ਧਾਰਨਾ। ਮਹਾਂਪੁਰਸ਼ ਪੜ੍ਹਦੇ ਸੀ, ਤੈਨੂੰ ਰੋਗ ਦਾ ਪਤਾ ਨਹੀਂ ਉਹ ਲੱਗਣਾ ਕਿ ਵੈਦਾ ਮੇਰੀ ਬਾਂਹ ਛੱਡ ਦੇ। ਉਹ ਡਾਕਟਰਾ ਮੇਰੀ ਛੱਡ ਦੇ ਬਾਂਹ, ਤੂੰ ਮੇਰੀ ਬਾਂਹ ਦੇ ਵਿੱਚ ਨਬਜ਼ ਦੇ ਵਿੱਚੋਂ ਬਿਮਾਰੀ ਲੱਭਦਾ ਪਿਆ। ਮੇਰੀ ਬਿਮਾਰੀ ਮੇਰਾ ਗੁਰੂ ਜਾਣਦਾ, ਤੈਨੂੰ ਨਹੀਂ ਲੱਭਣੀ। ਇਹ ਮੇਰੀ ਬਾਂਹ ਨੂੰ ਛੱਡ ਦੇ ਪੜੇ, ਤੈਨੂੰ ਰੋਗ ਦਾ ਪਤਾ ਨਹੀਂ ਲੱਗਾ। ਤੈਨੂੰ ਰੋਗ ਦਾ ਪਤਾ ਨਹੀਂ ਲੱਗਣਾ, ਵੈਦਾ ਮੇਰੀ ਬਾਂਹ ਛੱਡ ਦੇ। ਤੈਨੂੰ ਰੋਗ ਦਾ ਪਤਾ ਨਹੀਂ ਲੱਗਣਾ, ਵੈਦਾ ਮੇਰੀ ਬਾਂਹ ਛੱਡ ਦੇ। ਰੋਗ ਦਾ ਪਤਾ ਨਹੀਂ ਲੱਗਣਾ, ਵੈਦਾ ਮੇਰੀ ਬਾਂਹ ਛੱਡ ਦੇ। ਤੈਨੂੰ ਰੋਗ ਦਾ ਪਤਾ ਨਹੀਂ ਲੱਗਣਾ, ਵੈਦਾ ਮੇਰੀ ਬਾਂਹ ਛੱਡ ਦੇ। ਤੈਨੂੰ ਰੋਗ ਦਾ ਪਤਾ ਨਹੀਂ ਲੱਗਣਾ, ਵੈਦਾ ਮੇਰੀ ਬਾਂਹ ਛੱਡ ਦੇ। ਤੈਨੂੰ ਰੋਗ ਦਾ ਪਤਾ ਨਹੀਂ ਲੱਗਣਾ, ਵੈਦਾ ਮੇਰੀ ਬਾਂਹ ਛੱਡ ਦੇ। ਰੋਗ ਦਾ ਪਤਾ ਨਹੀਂ ਲੱਗਣਾ, ਵੈਦਾ ਮੇਰੀ ਬਾਂਹ ਛੱਡ ਦੇ। ਤੈਨੂੰ ਰੋਗ ਦਾ ਪਤਾ ਨਹੀਂ ਲੱਗਣਾ, ਵੈਦਾ ਮੇਰੀ ਬਾਂਹ ਛੱਡ ਦੇ। ਤੈਨੂੰ ਰੋਗ ਦਾ ਪਤਾ ਨਹੀਂ ਲੱਗਣਾ, ਵੈਦਾ ਮੇਰੀ ਬਾਂਹ ਛੱਡ ਦੇ। ਤੈਨੂੰ ਰੋਗ ਦਾ ਪਤਾ ਨਹੀਂ ਲੱਗਣਾ, ਵੈਦਾ ਮੇਰੀ ਬਾਂਹ ਛੱਡ ਦੇ। ਰੋਗ ਦਾ ਪਤਾ ਨਹੀਂ ਲੱਗਣਾ, ਵੈਦਾ ਮੇਰੀ ਬਾਂਹ ਛੱਡ ਦੇ। ਤੈਨੂੰ ਰੋਗ ਦਾ ਪਤਾ ਨਹੀਂ ਲੱਗਣਾ, ਵੈਦਾ ਮੇਰੀ ਬਾਂਹ ਛੱਡ ਦੇ।
ਵੈਦ ਮੇਰੀ ਜੀਬਾਂ ਛੱਡ ਦੇ ਛੱਡ ਦੇ ਵੈਦ ਮੇਰੀ ਜੀਬਾਂ ਛੱਡ ਦੇ ਰੋਗ ਦਾ ਪਤਾ ਨਹੀਂ ਲੱਗਣਾ ਵੈਦ ਮੇਰੀ ਬਾਤ ਛੱਡ ਦੇ ਤੈਨੂੰ ਰੋਗ ਦਾ ਪਤਾ ਨਹੀਂ ਲੱਗਣਾ ਵੈਦ ਮੇਰੀ ਬਾਤ ਛੱਡ ਦੇ ਰੋਗ ਦਾ ਪਤਾ ਨਹੀਂ ਲੱਗਣਾ ਵੈਦ ਮੇਰੀ ਬਾਤ ਛੱਡ ਦੇ ਰੋਗ ਦਾ ਪਤਾ ਨਹੀਂ ਲੱਗਣਾ ਵੈਦ ਮੇਰੀ ਬਾਤ ਛੱਡ ਦੇ ਗੁਰੂ ਸਾਡਾ ਵੈਦ ਹੈ। ਸਾਡੇ ਬਾਪੂ ਜੀ ਨੂੰ ਬਾਬਾ ਜੀ ਰੋਕਦੇ ਸੀ, ਨਾ ਜਾ ਨਾ ਜਾ। ਉਹਨਾਂ ਬਦੋ ਬਦੀ ਛੁੱਟੀ ਲੈ ਲਈ ਇੱਕ ਦਿਨ ਦੀ, ਦੂਜੇ ਦਿਨ ਆਉਣਾ ਸੀ, ਨਾ ਆਏ। ਬੰਦੂਕ ਚਲਾਉਣ ਲੱਗੇ, ਆਪਦੀ ਬੰਦੂਕ ਆਪਦੇ ਤੇ ਚੱਲ ਗਈ, ਇੱਥੋਂ ਬਾਂਹ ਵਿੱਚੋਂ ਨਿਕਲ ਗਈ, ਉੱਡ ਗਈ। ਡਾਕਟਰ ਦੇ ਲੈ ਗਏ, ਹੋਰ ਵੀ ਬੜੀਆਂ ਪੱਤਰ ਕੰਕਰੀਆਂ ਕੁੰਕਰੀਆਂ, ਨਾਲੀ ਫਟ ਗਈ ਬੰਦੂਕ ਦੀ, ਹੋਰ ਵੀ ਕਈਆਂ ਦੇ ਲੱਗੀਆਂ। ਨੇੜੇ ਹਸਪਤਾਲ ਲੈ ਗਏ, ਮੋਗੇ ਲੈ ਗਏ, ਅੰਮ੍ਰਿਤਸਰ ਲੈ ਗਏ। ਇੱਕ ਨੂੰ ਭੇਜਤਾ ਕਿ ਜਾਓ ਬਾਬਾ ਜੀ ਨੂੰ ਬੇਨਤੀ ਕਰੋ ਕਿ ਇਸ ਤਰ੍ਹਾਂ ਤਕਲੀਫ ਆ ਗਈ। ਹੁਣ ਇਹ ਕੰਮ ਤਾਂ ਡਾਕਟਰ ਦਾ ਹੈ। ਨਾਨਕਸਰ ਆਏ, ਬੇਨਤੀ ਕੀਤੀ, ਬਾਬਾ ਜੀ ਨੇ ਦਾਸ ਨੂੰ ਭੇਜਤਾ। ਮੇਰੇ ਵੀ ਮਨ 'ਚ ਆਇਆ ਵੀ ਮੈਂ ਪਤਾ ਲਵਾਂ, ਤੇ ਉੱਧਰੋਂ ਬਿਮਾਰ ਪਏ ਹਸਪਤਾਲ 'ਚ, ਤੇ ਸਾਡੇ ਮਾਤਾ ਜੀ ਕੋਲ ਸੀ। ਬਿਮਾਰ ਪਏ, ਕਹਿੰਦੇ ਵੀ ਆਪਾਂ ਨਾਨਕਸਰ ਆ, ਅੱਜ ਕੀਰਤਨ ਹੋ ਰਿਹਾ ਨਾਨਕਸਰ, ਆਵਾਜ਼ ਆ ਰਹੀ ਹੈ ਮੇਰਾ ਗੁਰੂ ਰਖਵਾਲਾ ਹੋ। ਕਹਿੰਦੇ ਸਾਨੂੰ ਤਾਂ ਆਉਂਦੀ ਨਹੀਂ। ਕਹਿੰਦੇ ਮੈਨੂੰ ਆਵਾਜ਼ ਪੂਰੀ ਆ ਰਹੀ, ਆਪਾਂ ਨਾਨਕਸਰ ਦੇ ਨੇੜੇ, ਇੱਥੇ ਨਾਨਕਸਰ ਦੀ ਆਵਾਜ਼ ਆ ਰਹੀ ਕੀਰਤਨ ਦੀ। ਚਿੱਟੇ ਚੋੜਿਆਂ ਵਾਲੇ ਦਿਸਦੇ ਨੇ ਪਾਠੀ ਰਾਗੀ। ਉਹ ਕਹਿੰਦੇ ਨਹੀਂ, ਇਹ ਤੁਹਾਨੂੰ ਐਵੇਂ ਦਵਾਈਆਂ ਨਾਲ ਲੱਗਦਾ ਹੈ। ਕਹਿੰਦੇ ਨਹੀਂ, ਮੈਨੂੰ ਪੂਰੀ ਆਵਾਜ਼ ਸੁਣਦੀ। ਭਾਵ ਕਿ ਸਾਡਾ ਸੱਚਾ ਗੁਰੂ ਡਾਕਟਰ ਹਸਪਤਾਲ 'ਚ ਵੀ ਪਹੁੰਚ ਗਿਆ। ਉਵੇਂ ਹੀ ਲੈ ਗਏ ਸੀ, ਵਿੱਚੋਂ ਹੱਡੀ ਨਿਕਲ ਗਈ ਸੀ ਬਾਂਹ 'ਚੋਂ, ਉਹ ਹੱਡੀ ਵੀ ਨਾਲ ਉਵੇਂ ਹੀ ਮਾੜੀ ਜਿਹੀ ਲਟਕਦੀ ਸੀ, ਦੋ ਪਾਸਿਓਂ ਟੁੱਟ ਗਈ। ਉਸ ਦਿਨ ਹੀ ਡਾਕਟਰ ਕੁਦਰਤੀ ਆਇਆ, ਉਹ ਕਹਿੰਦਾ ਮੈਂ ਜੋੜ ਦਿਆਂ। ਉਹਨੇ ਉਹੀ ਹੱਡੀ ਵਿੱਚ ਰੱਖਤੀ ਤੇ ਇਲਾਜ ਸ਼ੁਰੂ ਕਰਤਾ। 3 ਮਹੀਨਿਆਂ ਦੇ ਵਿੱਚ ਡਾਕਟਰ ਹੀ ਇਹੋ ਜਿਹਾ ਆ ਗਿਆ ਮੌਕੇ ਤੇ। ਕਹਿੰਦੇ ਨੇ, ਹੇ ਵਾਹਿਗੁਰੂ, ਠੀਕ ਹੈ ਮੈਨੂੰ ਬੜੀ ਬਿਮਾਰੀ ਹੈ, ਬੜਾ ਰੋਗ ਹੈ, ਪਰ ਤੂੰ ਆਪ ਡਾਕਟਰ ਬਣ ਕੇ ਆਖੋ ਸੀ, ਆਪ ਹੀ ਡਾਕਟਰ ਬਣ ਕੇ ਆ ਜਾ। ਫਿਰ ਕਿਸੇ ਡਾਕਟਰ ਦੇ ਵਿੱਚ ਵਸ ਕੇ ਤੇ ਫਿਰ ਆਪ ਹੀ ਆ ਜਾਂਦਾ ਹੈ ਇਲਾਜ ਕਰਨ ਵਾਸਤੇ। ਸਾਡੇ ਨਾਲ ਵੀ ਬੜੀ ਵਾਰੀ ਹੋਈ, ਇੱਕ ਵਾਰੀ ਨਹੀਂ ਅਨੇਕਾਂ ਵਾਰੀ। ਜਿਹੜੀ ਦੁੱਖ ਤਕਲੀਫ ਬਿਮਾਰੀ, ਉਹ ਡਾਕਟਰ ਨੇ ਆਣ ਕੇ ਕਹਿ ਦਿੰਦਾ ਜੀ ਮੈਂ ਇਸੇ ਬਿਮਾਰੀ ਦਾ ਡਾਕਟਰ। ਹੈਰਾਨ ਹੋ ਜਾਣਾ ਵੀ ਇਹ ਤਾਂ ਗੁਰੂ ਸਾਡਾ ਹੀ ਡਾਕਟਰ ਬਣ ਕੇ ਆ ਗਿਆ। ਇਹ ਦੂਜੀਆਂ ਬਿਮਾਰੀਆਂ ਵੀ ਸਾਡੀ ਗੁਰੂ ਦੀ ਕਿਰਪਾ ਨਾਲ ਹੀ ਠੀਕ ਹੁੰਦੀਆਂ, ਜਿਹੜੇ ਗੁਰੂ ਸਭ ਸਹਾਈ ਹੋਣ। ਹਾਂਜੀ ਅੱਗੇ।
ਬਲਦੀ ਅੰਦਰ ਤੇਲ ਪਾਏ, ਕਿਉਂ ਮਨ ਮੂਰਖ ਅਗ ਬੁਝਾਵੇ। ਠੀਕ ਹੈ ਤੇਰੇ ਡਾਕਟਰ ਬੜੇ ਨੇ, ਪਰ ਤੇਰੇ ਮਨ ਨੂੰ ਕਿਹੜਾ ਸਮਝਾਏਗਾ, ਮਨ ਨੂੰ ਕਿਹੜਾ ਸ਼ੁੱਧ ਕਰੇਗਾ, ਮਨ ਨੂੰ ਕਿਹੜਾ ਗੁਰਮੁਖ ਕਰੇਗਾ। ਤੂੰ ਤਾਂ ਬਲਦੀਆਂ ਤੇ ਤੇਲ ਪਾਈ ਜਾਣਾ, ਹੋਰ ਪਾਸੇ ਭੱਜ ਭੱਜ ਕੇ ਅੱਗ ਬਲਦੀ ਤੇ ਤੂੰ ਤੇਲ ਪਾਈ ਜਾਣਾ। ਤੂੰ ਤੇਰਾ ਗੁਰੂ ਵਾਲੇ ਪਾਸੇ ਮੂੰਹ ਹੀ ਨਹੀਂ ਹੁੰਦਾ। ਤਕਲੀਫ ਆਈ, ਫਟ ਮਹਾਂਪੁਰਖਾਂ ਕੋਲ ਭੇਜਿਆ ਤੇ ਮਹਾਂਪੁਰਖ ਉੱਥੇ ਪਹੁੰਚ ਗਏ ਹਸਪਤਾਲ 'ਚ, ਕੀਰਤਨ ਸੁਣਨ ਲੱਗ ਪਿਆ ਤੇ ਡਾਕਟਰ ਆ ਗਏ। ਉਸੇ ਹੀ ਬਿਮਾਰੀ ਦਾ ਡਾਕਟਰ ਉੱਥੇ ਕੁਦਰਤੀ ਬਾਹਰਲੇ ਦੇਸ਼ੋਂ ਆਇਆ ਸੀ, ਉਦੋਂ ਇਹ ਇਲਾਜ ਨਹੀਂ ਹੈਗੇ ਸੀ। ਉਹਨੇ ਕਿਰਪਾ ਕਰਤੀ। ਮੇਰਾ ਵੈਦ ਗੁਰੂ ਗੋਬਿੰਦਾ ਬਲਦੀ ਅੰਦਰ ਤੇਲ ਪਾਏ, ਕਿਉਂ ਮਨ ਮੂਰਖ ਅੱਗ ਬੁਝਾਵੇ। ਮੂਰਖ ਮਨ ਕਿਵੇਂ ਸਮਝ ਸਕਦਾ ਹੈ? ਇਹ ਤਾਂ ਇੱਧਰ ਉੱਧਰ ਭੜਕ ਕੇ ਹੋਰ ਤੇਲ ਪਾਈ ਜਾਂਦਾ ਬਲਦੀ ਅੱਗ ਤੇ। ਗੁਰੂ ਦੇ ਚਰਨਾਂ ਵਿੱਚ ਆਵੇ, ਬੇਨਤੀ ਕਰੇ, ਜੀ ਮੇਰੀ ਰੱਖਿਆ ਕਰੋ ਕਲਯੁਗ ਦੇ ਵਿੱਚ, ਮੇਰੀ ਬਾਂਹ ਫੜੋ, ਮੈਨੂੰ ਭਿਆਨਕ ਬਿਮਾਰੀ ਲੱਗ ਗਈ ਹੈ, ਇਹ ਹੁਣ ਇਹਦੀ ਕਿਰਪਾ ਕਰੋ। ਮਾਵਾਂ ਧੀਆਂ ਦੋਨੋਂ ਆ ਗਈਆਂ ਪੁੱਛੋ। ਬਾਹਰੋਂ ਆਈ ਕੁੜੀ, ਕੈਂਸਰ ਹੋ ਗਿਆ ਉਹਨੂੰ। ਬੜੀ ਮਾਂ ਹਟਕੋਰੇ ਲੈ ਲੈ ਕੇ ਰੋਵੇ। ਬੱਚੇ ਨਿੱਕੇ ਨਿੱਕੇ, ਮੇਰੀ ਧੀ ਨੂੰ ਕੈਂਸਰ ਹੋ ਗਿਆ। ਬਾਬਾ ਜੀ, ਮੈਂ ਕਿਹਾ ਬਾਬਾ ਜੀ ਬਹੁਤ ਵੱਡੇ ਆ। ਉਦੋਂ ਅੰਦਰ ਸੰਗਤ ਭੁਗਤਦੀ ਸੀ। ਇਲਾਜ ਕਰੋ, ਜਿਹੜੇ ਕੈਂਸਰ ਕਰ ਸਕਦੇ ਆ ਉਹ ਕੈਂਸਰ ਵੀ ਕਰ ਸਕਦੇ ਆ, ਉਹ ਕੈਂਸਰ ਵੀ ਕਰ ਸਕਦੇ ਆ ਜਿਹੜੇ ਕੈਂਸਰ ਕਰ ਸਕਦੇ ਆ। ਅਰਦਾਸ ਬੇਨਤੀ ਪਾਠ ਰੱਖ ਲਓ, ਬਾਬਾ ਜੀ ਵੱਡਾ ਪਾਠ ਕਰਾ ਦਿਓ, ਸੰਪਟ ਕਰਾ ਦਿਓ। ਬੱਚੇ ਨਿੱਕੇ ਨਿੱਕੇ, ਸਾਰਾ ਘਰ ਬਰਬਾਦ ਹੋ ਜਾਏਗਾ। ਕੁੜੀ ਨੂੰ ਬਾਹਰ ਭੇਜ ਕੇ ਆਪ ਬੜਾ ਹੀ ਰੋਈ ਮਾਂ ਹੁੰਦੀ। ਚਲੋ ਬਾਬਾ ਜੀ ਦੀ ਕਿਰਪਾ ਹੋਈ। ਬਾਹਰੋਂ ਡਾਕਟਰਾਂ ਜਵਾਬ ਦੇ ਦਿੱਤਾ ਸੀ, ਇੱਥੋਂ ਵੀ। ਅਸੀਂ ਕਿਹਾ ਵੀ ਅਸੀਂ ਬੰਬੇ ਚੱਲੇ ਹਾਂ। ਕਹਿੰਦੇ ਜੀ ਅਸੀਂ ਵੀ ਇਲਾਜ ਬੰਬੇ ਤੋਂ ਕਰਾਉਣਾ ਹੈ। ਅਸੀਂ ਕਿਹਾ ਉੱਥੇ ਆ ਜਾਓ ਸਾਡੇ ਕੋਲ। ਦੀਵਾਨ ਚੱਲ ਰਹੇ ਸੀ। ਫਿਰ ਉਹ ਬੰਬੇ ਵੱਡੇ ਹਸਪਤਾਲ 'ਚ ਗਏ। ਉੱਥੋਂ ਜਦੋਂ ਸਾਰਾ ਕੁਝ ਦੇਖਿਆ, ਡਾਕਟਰਾਂ ਨੇ ਰਿਪੋਰਟਾਂ ਲਈਆਂ, ਬਾਹਰ ਦੀਆਂ ਸਾਰੀਆਂ ਰਿਪੋਰਟਾਂ, ਇੱਧਰੋਂ ਵੀ ਡਾਕਟਰਾਂ ਦੀਆਂ, ਦਵਾਈਆਂ ਦੁਈਆਂ ਦਿੱਤੀਆਂ, ਬਾਹਰੋਂ ਵੀ ਦਿੱਤੀ ਉਹਨਾਂ ਨੇ। ਪਰ ਗੁਰੂ ਦੀ ਮਿਹਰ ਹੋਈ। ਉੱਥੇ ਜਦੋਂ ਫਿਰ ਆ ਗਏ ਸਾਡੇ ਕੋਲ ਦੀਵਾਨ 'ਚ ਰਾਤ ਨੂੰ, ਮਾਵਾਂ ਧੀਆਂ ਆ ਗਈਆਂ ਜੀ, ਗੁਰੂ ਦੀ ਕਿਰਪਾ ਹੋ ਗਈ, ਹੁਣ ਕੈਂਸਰ ਹੈ ਨਹੀਂ ਗਾ। ਆਖੋ ਸ੍ਰੀ ਵਾਹਿਗੁਰੂ। ਉਹ ਕੈਂਸਲ ਹੀ ਹੋ ਗਿਆ। ਅੱਗੇ ਫਿਰ ਭਾਈ ਗੁਰਦਾਸ ਜੀ ਲਿਖਦੇ ਆ, ਗੁਰ ਪੂਰੇ ਵਿਣ ਕੌਣ ਛਡਾਵੇ। ਅੱਜ ਉਹ ਸਮਾਂ ਆ ਗਿਆ ਹੈ ਕਿ ਜੇ ਗੁਰੂ ਹੁੰਦਾ, ਅਸੀਂ ਦੁੱਖ 'ਚ ਜਾ ਕੇ ਬੇਨਤੀ ਕਰਦੇ, ਸੁੱਖ ਮੰਗਦੇ, ਹਰ ਥਾਂ ਤੇ ਸਿੱਧੇ ਹੀ ਨੱਠੇ ਜਾਂਦੇ। ਪਰ ਅੱਜ ਸਾਡੇ ਕੋਲ ਗੁਰੂ ਨਹੀਂ। ਅਸੀਂ ਕਿਹਨੂੰ ਕਹੀਏ, ਕਿੱਥੇ ਕੂਕੀਏ, ਕਿੱਥੇ ਕੂਕਣ ਜਾਉ? ਅੱਜ ਕਿੱਥੇ ਰੋਲਾ ਪਾਈਏ? ਜੇ ਕੋਈ ਖਸਮ ਕੀਤਾ ਹੁੰਦਾ, ਕੋਈ ਸੱਚੀ ਦਰਗਾਹ ਗੁਰੂ ਦੀ ਮਿਲੀ ਹੁੰਦੀ, ਜ਼ਰੂਰ ਸਾਡੇ ਸਹਾਈ ਹੁੰਦੇ। ਅੱਜ ਗੁਰੂ ਪੂਰਿਆਂ ਤੋਂ ਬਿਨਾਂ ਸਾਰੇ ਪੜ੍ਹ ਲਓ।
ਕੌਣ ਛਡਾਵੇ, ਗੁਰ ਪੂਰੇ ਬਿਨ ਕੌਣ ਛਡਾਵੇ। ਗੁਰਪੂਰੇ ਬਿਨ ਕੌਣ ਛਡਾਵੇ, ਗੁਰਪੂਰੇ ਬਿਨ ਕੌਣ ਛੁਡਾਵੇ, ਗੁਰਪੂਰੇ ਬਿਨ ਕੌਣ ਛੁਡਾਵੇ। ਓ ਕੌਣ ਛਡਾਵੇ ਅੱਜ ਕੌਣ ਛਡਾਵੇ, ਗੁਰਪੂਰੇ ਬਿਨ ਕੌਣ ਛਡਾਵੇ, ਗੁਰਪੂਰੇ ਬਿਨ ਕੌਣ ਛਡਾਵੇ। ਕੌਣ ਛੁਡਾਵੇ ਅੱਜ ਸਾਰੇ ਬੋਲੋ। ਕੌਣ ਛੁਡਾਵੇ, ਗੁਰਪੂਰੇ ਬਿਨ ਕੌਣ ਛੁਡਾਵੇ, ਗੁਰਪੂਰੇ ਬਿਨ ਕੌਣ ਛੁਡਾਵੇ। ਜੀ ਕੌਣ ਛਡਾਵੇ ਸਰ ਕੌਣ ਛਡਾਵੇ, ਕੌਣ ਛਡਾਵੇ, ਗੁਰਪੂਰੇ ਬਿਨ ਬਿਨ ਕੌਣ ਛਡਾਵੇ, ਗੁਰਪੂਰੇ ਬਿਨ ਕੌਣ ਛਡਾਵੇ। ਗੁਰਪੂਰੇ ਬਿਨ ਕੌਣ ਛੁਡਾਵੇ, ਗੁਰਪੂਰੇ ਬਿਨ ਕੌਣ ਛੁਡਾਵੇ। ਕੌਣ ਛਡਾਵੇ ਅੱਜ ਕੌਣ ਛਡਾਵੇ, ਕੌਣ ਛਡਾਵੇ ਅੱਜ ਕੌਣ ਛਡਾਵੇ, ਗੁਰਪੂਰੇ ਬਿਨ ਕੌਣ ਥੋੜਾ ਛਡਾਵੇ। ਹੁਕਮ ਨਾ ਅੱਜ ਅਰਜ ਸਗਾਇਓ ਸੰਤ ਜਨਾ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ